किलमन किरदी भूर दा, तू कतरा पानी दूर दा, मैं शुक्र करा तेरे नूर दा। सत श्री अकाल जी, मैं हाँ बलविंदर। खास मुलाकात तुहाडा स्वागत है। खास मुलाकात कदे कदे इस लई भी खास ते वखरी हो जाती है क्योंकि उहदे विच असीं कुछ लेखकां नूं, कदी कुछ गायकां नूं, कदी कुछ अदाकारां नूं ते कदी कुछ होर अपने खेतर दे माहरां नूं बुलाउने आ ते उन्हां नाल गल करदे आ। अज जिहड़े मेहमान साडे इस सैट दे उत्ते ने खास मुलाकात दे विच शिरकत करने, उन्हां बारे कह सकदा कि काफ़ी समा उन्हां ने प्रशासन नूं देखिया, प्रशासक अधिकारी भी रहे, लेकिन उन्हां दी खासियत सिर्फ इन्नी की नहीं, वो एक बहुत अच्छे लेखक ने। लेखक भी अपने सभ्याचार बारे खासा लिखते हैं, खासा चंगा लिखते हैं, क्योंकि सभ्याचार नूं लैके, विरासत नूं लैके, विरसे नूं लैके जिहड़ी चेटक, जिहड़ी खो, जिहड़ा किते सल उन्हां दे अंदर बैठा, वो बाकमाल आ, वो क्रिएटिव है, वो सिरजना। जी हाँ, मेरी मुराद है जी कुलवीर सिंह सिद्धू होरा तो। सत श्री अकाल जी। सत श्री अकाल भाजी। लंबा चौड़ा मैं थोड़ी जान पछाण कराती, माफी दे दिओ जी जी। लेकिन मेरा सवाल दो तरह नाल है, उन्होंने एक भी बना सकते हो जी। प्रशासन अधिकारी, प्रशासक ते लेखक किते अलग अलग दिसदे आ, किते इकट्ठे हो जाते आ, पर इन्हां दोवां दा पुल बना के चलना सिद्धू साहब लई किद्दां दा सी, किन्ना कड़वा कौड़ा जां किन्ना सहज जां किन्ना औखा सीगा, ये मैनूं पता नहीं। मैं सवाल किधर कर रहा, ये हुण सवाल तुसीं मेरी गल समझ जाओ। बलविंदर जी, बहुत सोहनी गल तुसीं पुछी ते गल भी है भी मैं पहला ਇਹਦਾ ਕੋਈ ਨਾ ਤਾਂ ਘੜਿਆ ਘੜਾਇਆ ਜਵਾਬ ਬਣ ਸਕਦਾ, ਨਾ ਹੀ ਮੈਂ ਬਣਾਉਣਾ। ਇਸੇ ਲਈ ਮੈਂ ਸਵਾਲ ਕੀਤਾ ਤੁਹਾਨੂੰ। ਪੰਜਾਬੀ ਸੱਭਿਆਚਾਰ 'ਚ ਇੱਕ ਮਾਨਤਾ ਹੈ, ਹਾਂ, ਕਲਾ ਵਾਹਿਗੁਰੂ ਜੀ ਕੀ ਵਰਤੀ। ਹਾਂ, ਔਰ ਜਿਹੜੀ ਗੱਲ ਅਖੀਰ ਤੇ ਕਹਿਣੀ ਮੈਂ ਪਹਿਲਾਂ ਹੀ ਕਹਿ ਦਿਆਂ, ਇਸ ਦਾ ਜਵਾਬ ਵੀ ਮੈਂ ਦਿਆਂਗਾ ਸਵਾਲ ਜਵਾਬ ਦੇ ਸਿਲਸਿਲੇ ਵਿੱਚ। ਪਰ ਇਹ ਹੈ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ ਵਾਹਿਗੁਰੂ। ਪ੍ਰਸ਼ਾਸਨ ਤੇ ਸਾਹਿਤ ਦਾ ਤਾਲੁਕ ਤਾਂ ਬਹੁਤ ਜ਼ਿਆਦਾ ਹੈ। ਪਹਿਲਾ ਤਾਲੁਕ ਤਾਂ ਇਹ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਨੇ, ਇਹ ਕਿਤੋਂ ਪੱਕੇ ਬੇਰੋਂ ਨਹੀਂ ਟਪਕਦੇ। ਇਹ ਉਹੀ ਕੋਈ ਮਾਤੜ ਸਾਡੇ ਸਮਾਜ ਚ ਪੈਦਾ ਸਕੂਲਾਂ ਚੋਂ ਪੈਦਾ ਹੁੰਦੇ ਆ। ਚਲੋ ਤੱਪੜ ਚ ਨਹੀਂ ਹੋਏ ਤੇ ਕਿਤੇ ਵੱਡੇ ਸਕੂਲਾਂ ਚ ਹੋ ਗਏ। ਉਹੀ ਅਧਿਆਪਕਾਂ ਦੇ ਥੱਲੇ ਚੱਲਦੇ ਚੱਲਦੇ ਫਿਰ ਉਹ ਯੂਨੀਵਰਸਿਟੀਆਂ ਤੱਕ ਪਹੁੰਚਦੇ ਆ। ਸਹੀ। ਉਦੋਂ ਫਿਰ ਉਹ ਆਪਣੀ ਵਿਦਵਤਾ ਦਾ ਭਾਵੇਂ ਰੱਟਾ ਲਾ ਕੇ ਲੋਹਾ ਮਨਵਾਉਣ ਤੇ ਭਾਵੇਂ ਮੇਰੇ ਵੀਰ ਉਹਨਾਂ ਚ ਕੋਈ ਪੋਟੈਂਸ਼ੀਅਲ ਹੁੰਦਾ ਤਾਂ ਉਹ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਪਣੀ એનર્ਜੀ ਨੂੰ, ਊਰਜਾ ਨੂੰ ਉਹ ਚੈਨਲਾਈਜ਼ ਕਰ ਲੈਂਦਾ। ਤਾਂ ਜ਼ਾਹਰ ਹੈ ਕਿ ਜਦੋਂ ਆਪਾਂ ਇਸ ਨੂੰ ਜੇ ਮਹਿੰਦਰ ਸਿੰਘ ਰੰਧਾਵਾ ਦੇ ਇੱਕ ਗੱਲ ਲੈ ਲਈਏ ਔਰ ਬੜੇ ਸਤਿਕਾਰ ਨਾਲ ਉਹਨਾਂ ਦੀ ਗੱਲ ਕਰੀਏ, ਤਾਂ ਉਹ ਸਾਇੰਟਿਸਟ ਹੋਣ ਦੇ ਬਾਵਜੂਦ ਵੀ ਸਾਹਿਤ ਵੱਲ ਝੁਕਾਅ ਸੀ ਔਰ ਸਾਹਿਤ ਵੀ ਉਹਨਾਂ ਨੇ ਰਚਿਆ। ਔਰ ਕਾਂਗੜਾ ਆਰਟ ਜਿਹੜਾ ਹੈ ਉਸ ਨੂੰ ਉਹਨਾਂ ਨੇ ਬਿਸੌਲੀ ਆਰਟ, ਕਾਂਗੜਾ ਆਰਟ। ਤਾਂ ਮੈਂ ਕਹਿੰਦਾ ਕਿ ਹਰ ਇੱਕ ਪ੍ਰਸ਼ਾਸਕ ਦੇ ਵਿੱਚ ਤਕਰੀਬਨ ਜਦੋਂ ਸ਼ੁਰੂ ਕਰਦਾ ਕੋਈ ਨਾ ਕੋਈ ਮਸ ਹੁੰਦਾ, ਭਾਵੇਂ ਉਹ ਸਾਇੰਸ ਦਾ ਜੋ ਇੰਜੀਨੀਅਰਿੰਗ ਸਰਵਿਸ ਤੋਂ ਆਇਆ ਤਾਂ ਉਧਰ ਹੁੰਦਾ, ਉਹਦੇ ਚ ਵਨ ਅਪਮੈਨਸ਼ਿਪ ਹੁੰਦੀ ਹੈ। ਤੇ ਇਸ ਲਈ ਸਾਹਿਤ ਨਾਲ ਵੀ ਜਿਹੜੇ ਇਤਿਹਾਸ ਭੂਗੋਲ ਮਾਤੜ ਕਰਕੇ ਆਏ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਸੈਂਸ ਆਫ ਹਿਸਟਰੀ ਡਿਵੈਲਪ ਹੋਇਆ ਹੁੰਦਾ। ਪਰ ਜਦੋਂ ਜਨਾਬ ਬਣ ਜਾਂਦੇ, ਸਾਡੇ ਸਿਸਟਮ ਦੇ ਵਿੱਚ ਸਾਡਾ ਸਭ ਤੋਂ ਵੱਡਾ ਜੰਮਦਿਆਂ ਤੋਂ ਮਸਲਾ ਜਿਹੜਾ ਰੋਟੀ ਰੋਜ਼ੀ, ਤੇ ਜਦੋਂ ਰੋਟੀ ਰੋਜ਼ੀ ਦਾ ਕੜਾ ਸੂਤ ਆ ਜਾਂਦਾ, ਉਦੋਂ ਜਿਹੜੀਆਂ ਇਹ ਸੂਖਮ ਕਲਾਵਾਂ ਹੈ ਉਹ ਕਿਤੇ ਪਿੱਛੇ ਪੈ ਜਾਂਦੀਆਂ। ਇਹ ਮੇਰਾ ਆਪਣਾ ਨਿੱਜੀ ਅਨੁਭਵ ਹੈ। ਫਿਰ ਉਹ ਜੋ ਮੁਕੱਦਰ ਕੇ ਸਿਕੰਦਰ ਬਣ ਜਾਂਦੇ ਆ ਤੇ ਫਿਰ ਤਾਂ ਬਿਲਕੁਲ ਹੀ ਉਹਨਾਂ ਦਾ ਉਸ ਪਾਸੇ ਧਿਆਨ ਨਹੀਂ ਹੁੰਦਾ। ਫਿਰ ਤਾਂ ਹੁਣ ਮੇਰਾ ਜਨਾਬ ਨੂੰ ਸਵਾਲ ਹੈਗਾ ਜੀ, ਉਹ ਇਹ ਹੈ ਕਿ ਜਦੋਂ ਸੂਖਮ ਕਲਾਵਾਂ ਨਾਲ ਜੁੜਦੇ ਆ, ਕੁਦਰਤੀ ਹੈ ਵੀ ਸੂਖਮ ਕਲਾਵਾਂ ਨਾਲ ਜੁੜਨ ਲਈ ਸੂਖਮ ਹੋਣਾ ਪੈਂਦਾ, ਜਾਂ ਸਾਹਿਤ ਨਾਲ ਜੁੜਦੇ ਹੋ, ਸਾਹਿਤ ਨਾਲ ਜੁੜਨ ਲਈ ਸੰਵੇਦਨਸ਼ੀਲ ਹੋਣਾ ਪੈਂਦਾ। ਬਿਲਕੁਲ ਠੀਕ। ਪਰ ਜਿਸ ਕਿਸਮ ਦੀ ਕਠੋਰਤਾ ਸਾਡੇ ਸਮਾਜ ਜਾਂ ਪ੍ਰਸ਼ਾਸਨ ਦੇ ਵਿੱਚ ਹੈਗੀ ਆ, ਇਸ ਵਿਵਸਥਾ 'ਚ, ਔਰ ਕੰਮ ਦੇ ਰੁਝੇਵੇਂ ਬਹੁਤ ਹੋਣਗੇ, ਕੁਦਰਤੀ ਹੈ ਵੀ ਉਸਨੇ ਪੂਰੇ ਇਲਾਕੇ ਦਾ ਪ੍ਰਸ਼ਾਸਨ ਦੇਖਣਾ। ਕਿ ਸਾਹਿਤ ਲਈ ਉਸ ਕਿਸਮ ਦਾ ਖੁੱਲਾ ਸਮਾਂ ਜਾਂ ਮਨ ਮੌਜ ਜਾਂ ਜਿਹੜੀ ਮਨ ਦੀ ਇਕਾਗਰਤਾ, ਕੀ ਉਹ ਨਿਕਲ ਸਕਦੀ ਹੈ? ਕੱਢ ਪਾਉਂਦਾ ਬੰਦਾ ਉਹ? ਨਹੀਂ, ਉਸ ਦੀ ਕੋਈ ਤਰਜੀਹ ਨਹੀਂ ਹੈ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ। ਅੰਗਰੇਜ਼ ਵੇਲੇ ਤੋਂ ਜਿਹੜੀ ਲਕੀਰ ਮਾਰੀ ਹੈ ਨਾ ਪ੍ਰਸ਼ਾਸਕ ਨੂੰ, ਜਿਹੜਾ ਸਮਝਿਆ ਗਿਆ ਟੂ ਗਵਰਨ ਐਂਡ ਟੂ ਐਡਮਿਨਿਸਟਰ,
ਗਵਰਨਮੈਂਟ ਇਜ਼ ਮੈਂਟ ਫॉर ਗਵਰਨੈਂਸ ਐਂਡ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਐਡਮਿਨਿਸਟ੍ਰੇਟਰ ਹੈ ਹੀ ਇਜ਼ ਟੂ ਐਡਮਿਨਿਸਟਰ। ਉਹੀ ਲਕੀਰ ਦੀ ਫਕੀਰੀ ਚੱਲੀ ਜਾਂਦੀ ਹੈ। ਜਦੋਂ ਕਿ ਅਸੀਂ ਆਜ਼ਾਦ ਹੋ ਗਏ ਹਾਂ ਤੇ ਆਪਣੇ ਹੀ ਲੋਕਾਂ ਦੇ ਉੱਤੇ ਅਸੀਂ ਲੋਕ ਸੇਵਾ ਕਰ ਰਹੇ ਹਾਂ। ਪਬਲਿਕ ਸਰਵੈਂਟ ਦੇ ਕਲੌਜ਼ ਸਾਨੂੰ ਡਿਫਾਈਨ ਕਰਦੀ ਹੈ ਕਿ ਅਸੀਂ ਪਬਲਿਕ ਸਰਵੈਂਟ। ਉਹ ਕਿਤੇ ਨਾ ਕਿਤੇ ਸਾਡੀ ਗੁਲਾਮ ਮਾਨਸਿਕਤਾ ਦੇ ਵਿੱਚ ਅਜੇ ਵੀ ਅਸੀਂ ਇੱਕ ਆਪਣੇ ਤੋਂ ਸੁਪੀਰੀਅਰ ਮੰਗਦੇ ਹਾਂ, ਇੱਕ ਹੇਠਾਂ ਮੰਗਦੇ ਜਿਹਦੇ ਤੇ ਅਸੀਂ ਵਿੱਚ ਵਿਚਾਲੇ ਵਾਲਾ ਟੂਲ ਜਿਹਾ ਬਣ ਜਾਂਦੇ। ਮੈਨੂੰ ਲੱਗਦਾ ਸੀ ਬਿਲਕੁਲ ਉਹ ਬਣ ਜਾਂਦੇ। ਚਾਹੀਦਾ ਤੇ ਇਹ ਹੈ ਕਿ ਜਿਹੜਾ ਜਿਸ ਲੈਵਲ ਦੇ ਉੱਤੇ ਗੁਰੂ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ, ਡੀਸੀ ਕਮਿਸ਼ਨਰ ਹੈ, ਉਹ ਇੱਕ ਈਵਨ ਛੋਟੇ ਅਫਸਰ, ਉੱਚ ਅਧਿਕਾਰੀ ਪਰ ਛੋਟੇ, ਉਹ ਵੀ ਦੇ ਆਰ ਸਪੋਜ਼ ਟੂ ਬੀ ਲਿੰਕ ਬਿਟਵੀਨ ਗਵਰਨਮੈਂਟ ਐਂਡ ਪਬਲਿਕ। ਜਿਹੜਾ ਉਹ ਲਿੰਕ ਹੈ ਨਾ ਵਿਦ ਪਬਲਿਕ, ਉਹ ਖਤਮ ਹੋ ਜਾਂਦਾ ਹੈ ਤੇ ਵਿਦ ਗਵਰਨਮੈਂਟ ਜ਼ਿਆਦਾ ਹੋ ਜਾਂਦਾ। ਅੱਛਾ, ਮੇਰਾ ਸਵਾਲ ਬਿਲਕੁਲ ਇਹੀ ਹੈ। ਤੇ ਉੱਥੇ ਆ ਕੇ ਸਿਹਤ ਜਾਂ ਏਰੀਆ ਡਿਵੈਲਪਮੈਂਟ ਜਾਂ ਕਮਿਊਨਿਟੀ ਡਿਵੈਲਪਮੈਂਟ ਜਾਂ ਕਲਚਰਲ ਡਿਵੈਲਪਮੈਂਟ, ਇਹ ਜਿਹੜੀਆਂ ਗੱਲਾਂ ਨਾ ਇਹ ਲਾਜ਼ਮੀ ਹੋਣੀਆਂ ਚਾਹੀਦੀਆਂ, ਇਹ ਹੋਣੀਆਂ ਚਾਹੀਦੀਆਂ, ਪਰ ਇਹ ਵਿਸਰ ਜਾਂਦੀਆਂ, ਹੁੰਦੀਆਂ ਨੇ, ਇਗਨੋਰ ਹੋ ਜਾਂਦੀ, ਕਿਉਂਕਿ ਇਹਨਾਂ ਨੂੰ ਕੋਈ ਅੱਗੇ ਪ੍ਰੈਫਰੈਂਸ ਨਹੀਂ ਦੇ ਰਿਹਾ। ਇੱਕ ਕਿਸੇ ਸਿਆਣੇ ਚਿੰਤਕ ਦੀ ਇੱਕ ਕੋਟੇਸ਼ਨ ਹੈ, ਉਹਦੀ ਗੱਲ ਹੈ, ਕਥਨ ਹੈ ਇੱਕ। ਉਹ ਕਹਿੰਦਾ ਵੀ ਅਸੀਂ ਇੱਕ ਦਿਨ ਨੌਕਰੀ ਜੁਆਇਨ ਕਰਦੇ ਹਾਂ, ਮੁੜ ਕੇ ਸਾਰੀ ਉਮਰ ਉਸ ਨੌਕਰੀ ਨੂੰ ਬਚਾਉਣ ਤੇ ਲੱਗੇ ਰਹਿੰਦੇ ਹਾਂ। ਜਿਸ ਕੰਮ ਲਈ ਅਸੀਂ ਨੌਕਰੀ ਜੁਆਇਨ ਕੀਤੀ ਸੀ ਉਹ ਕਿਤੇ ਭੁੱਲ ਜਾਂਦੇ ਆ। ਅਕਸਰ ਸਾਡੇ ਨਾਲ ਏਦਾਂ ਹੁੰਦਾ। ਕਿਉਂ ਹੁੰਦਾ? ਮੋਸਟਲੀ ਬਹੁਤਿਆਂ ਨਾਲ ਉਹ ਇਸ ਲਈ ਹੁੰਦਾ ਹੈ ਕਿ ਸਾਡੇ ਜਿਹੜਾ ਸਿਸਟਮਸ ਹਨ ਉਹ ਡਿਫੈਕਟਿਵ ਹੋ ਗਏ ਨੇ, ਚਲਦੇ ਖਰਾਬ ਹੋ ਗਏ। ਸਮੇਂ ਦੀ ਲੋੜ ਦੇ ਮੁਤਾਬਕ ਇਹਨਾਂ ਨੇ ਸਿਸਟਮਸ ਨੂੰ ਨੇ ਆਪਣੇ ਆਪ ਨੂੰ ਨਹੀਂ ਕਲਪੁਰਜੇ ਨਹੀਂ ਚੇਂਜ ਕੀਤੇ, ਅਸੀਂ ਉਹਨਾਂ ਦੇ ਨਹੀਂ ਕੀਤੇ। ਵਿਦ ਦੀ ਰਿਜ਼ਲਟ ਐਡਹੌਕਿਜ਼ਮ ਆ ਗਿਆ ਸਾਡੇ 'ਚ। ਦਿਨ ਘਟੀ ਵੀ ਸਵੇਰੇ ਦਫ਼ਤਰ ਲਾਇਆ ਹੈ ਨਾ ਤੇ ਸ਼ਾਮ ਤੱਕ ਆ ਕੇ ਕਹਿੰਦਾ ਵੀ ਸ਼ੁਕਰ ਹੈ ਅੱਲਾ ਮੇਰਾ। ਪ੍ਰਸ਼ਾਸਕ ਦੇ ਤੌਰ ਤੇ ਮੈਂ ਬਹੁਤ ਸਾਰੇ ਸਵਾਲ ਕੀਤੇ, ਹੁਣ ਮੈਂ ਲੇਖਕ ਦੇ ਤੌਰ ਤੇ ਸਵਾਲ ਕਰੂੰਗਾ ਕਿ ਉਹ ਲੇਖਣੀ ਚੋਂ ਕਿਵੇਂ ਦੇਖਦੇ ਨੇ ਸਮਾਜ ਨੂੰ। ਬ੍ਰੇਕ ਤੋਂ ਬਾਅਦ ਲੈਂਦੇ ਆ ਇੱਕ ਛੋਟੀ ਜਿਹੀ ਗੱਲਬਾਤ ਕਰਦੇ ਹਾਂ, ਬ੍ਰੇਕ ਲੈ ਕੇ। फ्रेंड्स, ISI TMT सरिया भूकंप प्रतिरोधक, जंग प्रतिरोधक और सबसे मजबूत सरिया। ANV फूड्स प्राइवेट लिमिटेड की बेहतरीन पेशकश, वर्षा ड्राई फ्रूट्स एंड आमंड ऑयल आपके दिल और दिमाग को रखे हरदम चुस्त। शेयर प्योरिटी इज आवर प्रायोरिटी। बेहतरीन कंस्ट्रक्शन, कम प्राइस, लग्जरियस फैसिलिटीज, एक्सीलेंट लोकेशन और नेचर के पास। श्री रजनीगंधा ग्रीन्स, ग्रेटर नोएडा, a quality product by Rajput Group of Companies. Touch, feel, in touch. Sarah, luxury design that reflects your style. जम के खाओ, खूब पचाओ। माहेश्वरी फार्मास्यूटिकल द्वारा निर्मित त्रिंगासव खून की कमी को दूर करे, तंदुरुस्त और स्वस्थ बनाए। आयुष द्वारा प्रमाणित त्रिंगासव। अगर सीमेंट जंग रोधक न हो तो जानलेवा हो सकता है। श्री अल्ट्रा रेड ऑक्साइड, भारत का एकमात्र जंग रोधक सीमेंट। चिकू को टीम में नहीं लिया? क्या लगा कैसे? लगता आप खाना सिर्फ मिस्टर माथुर को खिलाते, चाइल्ड को नहीं। मैं नहीं खिलाती। देखा, ऐसे ही होता है। जब बच्चा जरूरत से ज्यादा दुबला हो तो लोग माँ को ही दोष देते हैं। उसे दीजिए रोजाना एंड्योरा किड किलोज, सही पोषण के साथ सही वजन भी। राइट न्यूट्रिशन, राइट वेट। जम के खाओ, खूब पचाओ। माहेश्वरी फार्मास्यूटिकल द्वारा निर्मित त्रिंगासव खून की कमी को दूर करे, तंदुरुस्त और स्वस्थ बनाए। आयुष द्वारा प्रमाणित त्रिंगासव। इस डंडे विचों भी पंजाबी बोलदा। इस डंडे चो पंजाब नहीं बोलदा थानेदारा, तेरा हंकार बोलदा हंकार। जद लाला लाजपत राय ते डंडा भरिया सी तां एदी गूंज, एदे जवाब दी गूंज लंदन तक पहुंची सी थानेदारा। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਖਾਸ ਮੁਲਾਕਾਤ ਦੇ ਵਿੱਚ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬੀ ਦੇ ਬਹੁਤ ਅੱਛੇ ਲਿਖਣਹਾਰ, ਖਾਸ ਤੌਰ ਤੇ ਸੱਭਿਆਚਾਰ ਦੀਆਂ ਜਿਸ ਕਿਸਮ ਦੀਆਂ ਵੰਨਗੀਆਂ ਨੂੰ ਉਹਨਾਂ ਨੇ ਇਕੱਠਾ ਕੀਤਾ, ਜਿਸ ਕਿਸਮ ਦੇ ਲੇਖਕਾਂ ਬਾਰੇ ਲਿਖਿਆ ਔਰ ਸਿੱਖ ਇਤਿਹਾਸ ਬਾਰੇ ਜਿੰਨੀ ਸੋਹਣੀ ਜਾਣਕਾਰੀ ਉਹਨਾਂ ਕੋਲ ਹੈ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਜੀ ਹਾਂ, ਮੇਰੀ ਮੁਰਾਦ ਕੁਲਵੀਰ ਸਿੰਘ ਸਿੱਧੂ ਹੋਰਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸਿੱਧੂ ਸਾਹਿਬ,
ਤੁਹਾਡੀਆਂ ਮੇਰੇ ਖਿਆਲ 7 ਕਿਤਾਬਾਂ ਆਈਆਂ ਨੇ ਜੀ। ਔਰ ਮੋਸਟਲੀ ਸੱਭਿਆਚਾਰ ਤੇ ਨੇ, ਔਰ ਸੱਭਿਆਚਾਰ ਤੇ ਵੀ ਨਹੀਂ, ਲੋਕ ਵਿਰਸੇ ਤੇ ਨੇ, ਸਾਡੀ ਇਤਿਹਾਸ ਦੀਆਂ ਕੁਝ ਗੱਲਾਂ ਨੇ, ਜੀ। ਔਰ ਸਿੱਖ ਫਿਲਾਸਫੀ ਤੇ ਸਿੱਖ ਇਤਿਹਾਸ ਤੇ ਤੁਹਾਡਾ ਕਾਫੀ ਸਾਰਾ। ਇਹ ਚਾਹ ਕਿਵੇਂ ਪੈਦਾ ਹੋ ਗਿਆ, ਲਗਨ ਕਿਵੇਂ ਪੈਦਾ ਹੋ ਗਈ, ਜਦ ਕਿ ਡੀਸੀ ਨੂੰ ਤਾਂ ਸਲੂਟ ਵੱਜਦੇ ਆ, ਉਹਦੀ ਆਤਮਾ ਤਾਂ ਵੈਸੇ ਹੀ ਖੁਸ਼ ਰਹਿੰਦੀ ਆ, ਉਹ ਸਾਰੀਆਂ ਚੀਜ਼ਾਂ ਤੋਂ ਉਹਨੂੰ ਲੋੜ ਨਹੀਂ ਹੁੰਦੀ। ਫਿਰ ਇਹ ਭੁੱਖ ਜੀ, ਇਹ ਰੂਹ ਚ ਖੋ ਜਾ ਕਿੱਥੇ ਸੀਗਾ, ਇਹ ਸੱਲ ਜਾ ਕਿੱਥੇ ਸੀਗਾ ਜਿਹੜਾ ਕਿਤਾਬਾਂ ਲੇਖਣੀ ਨਾਲ ਪੂਰਾ ਹੋਇਆ? ਬਲਵਿੰਦਰ ਜੀ, ਆਪਾਂ ਇਹੀ ਗੱਲ ਕੀਤੀ ਸੀ ਕਿ ਤੁਸੀਂ ਸ਼ੁਰੂ ਅਤੇ ਸਵਾਲ ਵੀ ਤੁਹਾਡਾ ਇਹ ਸੀ ਤੇ ਮੈਂ ਕਿਹਾ ਸੀ ਸਵਾਲ ਜਵਾਬ ਦੇ ਸਿਲਸਿਲੇ 'ਚ ਵਾਹਿਗੁਰੂ ਦੀ ਕਲਾ ਵਰਤੀ ਤੇ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਕਿ ਇੱਧਰ ਨੂੰ ਕਿਵੇਂ ਆਏ। ਤੁਸੀਂ ਇੱਕ ਬਹੁਤ ਸੋਹਣੀ ਗੱਲ ਕੀਤੀ ਸੀ ਕਿ ਆਦਮੀ ਵਿੱਚ ਸੰਵੇਦਨਸ਼ੀਲਤਾ ਹੋਵੇ, ਮਨੁੱਖੀ ਦਰਦ ਹੋਵੇ, ਦਰਦ ਦਾ ਅਹਿਸਾਸ ਹੋਵੇ। ਦੂਸਰਾ ਤੁਹਾਡੀ ਆਬਜ਼ਰਵੇਸ਼ਨ ਹੋਵੇ। ਨਹੀਂ ਤਾਂ ਕਈ ਇੱਕ ਤਾਂ ਅਸੀਂ ਜਿਹੜੇ ਹੁੰਦੇ ਨਾ ਪ੍ਰਸ਼ਾਸਨ ਵਾਲੇ, ਮੈਂ ਉਹਨਾਂ ਦੇ ਵਿੱਚੋਂ ਬੜੀ ਦੇਰ ਮੈਂ ਵੀ ਹਮਾਮ 'ਚ ਨੰਗਾ ਹੀ ਰਿਹਾ, ਕਹਿੰਦੇ ਹਮ ਸਭ ਇਸ ਹਮਾਮ में ਨੰਗੇ ਹੈ। ਤਾਂ ਉਸ ਦੇ ਮੁਤਾਬਕ ਮੈਂ ਸਾਫ਼ ਕੋਈ ਦੱਸਦੀ ਹਾਂ ਤੇ ਗੱਲ ਕਰਾਂਗਾ। ਹੁਣ ਮੈਂ ਲੇਖਕ ਨਾਲ ਗੱਲ ਕਰ ਰਿਹਾ। ਜੀ। ਇੱਕ ਤਾਂ ਜਿਹੜਾ ਪ੍ਰਸ਼ਾਸਕ ਹੈ ਨਾ, ਇਹ ਤਾਂਗੇ ਦਾ ਘੋੜਾ ਬਣ ਜਾਂਦਾ, ਜੰਗੀ ਘੋੜਾ ਨਹੀਂ ਰਹਿ ਜਾਂਦਾ। ਓਕੇ, ਇਹਨੂੰ ਬੰਨਿਆ ਜਾਂਦਾ ਚਾਰੇ ਪਾਸੇ, ਇਹਦੇ ਖੋਪੇ ਲਾ ਕੇ ਬਸ ਉਹਦਾ ਮਾਇਪਿਕ ਵਿਊ ਬਣਾ ਦਿੰਦੇ, ਉਹਨੇ ਆਸੇ-ਪਾਸੇ ਨਹੀਂ ਦੇਖਣਾ। ਹਾਂ, ਆਸੇ-ਪਾਸੇ ਨੂੰ ਥੋੜੀ ਦ੍ਰਿਸ਼ਟੀ ਅੱਗੇ ਬਸ। ਹਾਂ ਬਸ, ਠੀਕ ਹੈ, ਠੀਕ ਹੈ ਜੀ। ਉਹ ਸਟੀਰੀਓਟਾਈਪ ਹੋ ਜਾਣਾ। ਸੋ ਉਸ ਦੀ ਆਬਜ਼ਰਵੇਸ਼ਨ, ਜਾਂ ਤਾਂ ਉਹਦੀ ਤਰਜੀਹ, ਉਸ ਨੂੰ ਕੋਈ ਨੂੰ ਪ੍ਰੈਫਰੈਂਸ ਕੋਈ ਨਹੀਂ, ਉਹਦੀ ਹੋ ਜਾਂਦਾ, ਉਸ ਦੀ ਰਾਏ ਦੀ ਕੋਈ ਜ਼ਿਆਦਾ ਕਦਰ ਨਹੀਂ। ਡਿਕਟੇਟਡ ਲਾਈਨ ਸੇ, ਡਾਟਡ ਲਾਈਨ ਤੇ ਹੀ ਇਜ਼ ਟੂ ਮੂਵ, ਲਾਈਨ ਤੁਰਿਆ ਚੱਲ, ਵੀ ਵੱਟ ਤੁਰਿਆ ਚੱਲ ਬਸ। ਦੂਸਰਾ, ਜੇ ਕਿਸ ਕੁਦਰਤ ਵੱਲੋਂ ਤੁਹਾਡੇ ਵਿੱਚ ਐਕਸਪ੍ਰੈਸ਼ਨ ਹੈ, ਭਾਵੇਂ ਉਹ ਤੁਸੀਂ ਸੂਖਮ ਕਲਾ ਦੇ ਵੱਲ ਕਹਿ ਲਓ, ਤੁਸੀਂ ਸਾਹਿਤ ਵੱਲ ਕਹਿ ਲਓ, ਇਤਿਹਾਸ ਵੱਲ ਕਹਿ ਲਓ, ਉਹ ਜਿਹੜੀਆਂ ਤਿੰਨ ਚੀਜ਼ਾਂ ਕਿਤੇ ਨਾ ਕਿਤੇ, ਆਪਣੇ ਬਾਰੇ ਮੈਂ ਕਹਾਂਗਾ ਕਿ ਲੇਖਕ ਬਣ ਗਿਆ, ਮੈਂ ਆਊਟ ਆਫ ਮੋਡੈਸਟੀ ਨਹੀਂ ਕਹਿ ਰਿਹਾ, ਯਥਾਰਥ ਤੋਂ ਮੈਂ ਗੱਲ ਕਰ ਰਿਹਾ, ਰੀਅਲਿਸਟਿਕ ਗੱਲ ਕਰ ਰਿਹਾ ਕਿ ਮੈਂ ਪੰਜਾਬੀ ਜਿਹੜੀ ਉਹ ਮੈਟ੍ਰਿਕ ਤੱਕ ਪੜ੍ਹੀ ਹੈ, ਉਹ ਵੀ ਐਜ਼ ਆਪਸ਼ਨਲ ਸਬਜੈਕਟ, ਨਹੀਂ ਤਾਂ ਮੀਡੀਅਮ ਇੰਗਲਿਸ਼ ਸੀ। ਪਰ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਮਨਾ ਰਹੇ ਸੀ ਰੋਪੜ, ਤਾਂ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਉਦੋਂ ਮੁੱਖ ਮੰਤਰੀ ਸੀ, ਤੇ ਇਹਨਾਂ ਨੇ ਮੇਰੀ ਚੋਣ ਕੀਤੀ ਕਿ ਮੈਂ ਜ਼ਿਲ੍ਹਾ ਰੋਪੜ ਦਾ, ਰੂਪਨਗਰ ਦਾ ਡਿਪਟੀ ਕਮਿਸ਼ਨਰ ਉਦੋਂ ਬਣਾ, ਜਦੋਂ ਕਿ 300 ਸਾਲਾ ਮਨਾਇਆ ਜਾਣਾ ਸੀ। ਅੱਛਾ। ਤਾਂ ਐਮਏ ਇੰਗਲਿਸ਼ ਕੀਤੀ ਹੈ ਭਾਜੀ, ਮਾੜਾ ਮੋਟਾ ਐਕਸਪ੍ਰੈਸ਼ਨ ਇੰਪਰੂਵ ਹੋਇਆ। ਐਮਏ ਹਿਸਟਰੀ ਕੀਤੀ, ਇਤਿਹਾਸ ਬੜਾ ਪੜ੍ਹਿਆ ਸੀ। ਪਰ ਜਦੋਂ ਮੈਂ ਉਸ ਇਤਿਹਾਸ ਨੂੰ, ਫਰਜ਼ ਕਰੋ ਅਨੰਦਪੁਰ ਸਾਹਿਬ ਤੋਂ ਮੈਂ ਚੱਲਿਆ, ਚਮਕੌਰ ਸਾਹਿਬ ਜਾ ਰਿਹਾ, ਤਾਂ ਮੇਰੇ ਮਨ ਦੇ ਵਿੱਚ ਕਈ ਵਾਰੀ ਸਪੌਂਟੇਨੀਅਸਲੀ ਵਿਰਾਗ ਆਉਂਦਾ ਸੀ ਕਿ ਅੱਛਾ, ਗੁਰੂ ਗੋਬਿੰਦ ਸਿੰਘ ਮਾਰਗ ਇਹ ਹੈ। ਆਮ ਲੋਕ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਸਮਝਦੇ ਜੀ ਇਹ ਅਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਦਾ। ਉਸ ਮਾਰਗ ਨੂੰ ਮੈਂ ਫਿਜ਼ੀਕਲ ਪਲੇਨ ਤੇ ਤਾਂ ਉਸੇ ਤਰ੍ਹਾਂ ਦੇਖਿਆ, ਚਮਕੌਰ ਦੀ ਜੰਗ ਨੂੰ ਉਸ ਤਰ੍ਹਾਂ ਹੀ ਰੀਲਿਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮੈਂ ਇੱਕ ਅਧਿਆਤਮ ਮਾਰਗ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਆਮ ਬੰਦੇ ਤੋਂ ਔਰ ਦਬੇ ਕੁਚਲੇ ਬੰਦੇ ਤੋਂ ਉਹਨੂੰ ਇੱਕ ਅਧਿਆਤਮ ਦੇ ਰਾਹ ਪਾ ਕੇ ਗੋਬਿੰਦ ਮਾਰਗ ਦੇ ਰਾਹ ਪਾ ਦਿੱਤਾ, ਜਿਸ ਨੂੰ ਕਿ ਮੈਨੂੰ ਕਿਵੇਂ ਖਿਆਲ ਆਇਆ ਕੋਈ ਸੰਸਕਾਰਾਂ ਦੀ ਗੱਲ ਹੈ। ਇਹ ਰਾਹ ਉਹੀ ਜਿਹੜਾ ਇੱਕ ਆਮ ਸਧਾਰਨ ਰਿਆਇਆ ਤੋਂ ਇੱਕ ਜੁਝਾਰੂ ਕੌਮ ਬਣਾ, ਤਾਂ ਇਹ ਵੀ ਤਾਂ ਰਾਹ, ਇਹ ਵੀ ਤਾਂ ਉਹੀ ਰਾਹ। ਬਿਲਕੁਲ, ਇੱਕ ਆਮ ਦਰਬੇ ਕੁਚਲੀ ਕੌਮ ਤੋਂ ਇੱਕ ਨਵੀਂ ਕੌਮ ਦੀ ਸਿਰਜਣਾ, ਇੱਕ ਨਵੇਂ ਸੰਕਲਪਨਾ, ਜਿਹੜੀ ਲਿਬਰਟੀ, ਇਕੁਐਲਿਟੀ, ਫ੍ਰੈਟਰਨਿਟੀ, ਮੈਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਦਾ ਲਾ ਕੇ ਦੱਸਦਾ। ਅਸੀਂ ਫ੍ਰੈਂਚ ਰੈਵੋਲੂਸ਼ਨ ਨੂੰ ਕ੍ਰੈਡਿਟ ਦੇ ਦਿੰਦੇ ਹਾਂ, ਮਨੁੱਖੀ ਆਜ਼ਾਦੀ, ਮਨੁੱਖੀ ਬਰਾਬਰੀ, ਮਨੁੱਖੀ ਭਾਈਚਾਰਾ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਾਂਸ ਦੀ ਕ੍ਰਾਂਤੀ 1799 ਤੋਂ 90 ਸਾਲ ਪਹਿਲਾਂ 1699 ਚ ਦੇਤੀ ਸੀ ਤੁਹਾਨੂੰ ਐਜ਼ ਅ ਕੌਮ। ਇਹ ਕਿਉਂ? ਮੇਰਾ ਸਵਾਲ ਹੁਣ ਇੱਥੇ ਹੀ ਆ ਸਿੱਧੂ ਸਾਹਿਬ, ਤੁਸੀਂ ਬੜੇ ਸੋਹਣੀ ਮੈਨੂੰ ਸਵਾਲ ਕਰਨ ਦਾ ਇੱਕ ਹੋਰ ਰਾਹ ਦਿੱਤਾ ਕਿ ਜਦੋਂ ਅਸੀਂ ਕ੍ਰਾਂਤੀਆਂ ਦੀਆਂ ਗੱਲਾਂ ਕਰਦੇ ਹਾਂ, ਜਾਂ ਫਰਾਂਸ ਦੀ ਕ੍ਰਾਂਤੀ ਬਾਰੇ ਜਾਂ ਰੂਸ ਦੀ ਕ੍ਰਾਂਤੀ ਦੇ ਉਦਾਹਰਨ ਨੇ, ਸਾਡੇ ਆਪਦੇ ਬਹੁਤ ਸਾਰੀਆਂ ਕ੍ਰਾਂਤੀਆਂ, ਸਾਡੇ 57 ਦਾ ਗਦਰ ਇੱਕ ਕਿਸਮ ਦੀ ਕ੍ਰਾਂਤੀ ਸੀ। ਉਸ ਤੋਂ ਬਾਅਦ
ਮੇਰਾ ਹੁਣ ਸਵਾਲ ਇਹ ਹੈ ਕਿ ਜਦੋਂ ਸਾਡੇ ਬਹੁਤੇ ਪੜ੍ਹੇ ਲਿਖੇ ਬੁੱਧੀਜੀਵੀ ਸਿਆਣੇ ਬੰਦੇ ਜਦੋਂ ਗੱਲਾਂ ਕਰਦੇ ਆ, ਉਦਾਹਰਨਾਂ ਦਿੰਦੇ ਆ, ਤਾਂ ਉਹਨਾਂ ਨੇ ਪੱਛਮ ਦੀਆਂ, ਯੂਰਪ ਦੀਆਂ ਉਦਾਹਰਨਾਂ ਦੇਣੀਆਂ। ਅਸੀਂ ਸਿਕੰਦਰ ਨੂੰ ਅਜੇ ਵੀ ਮਹਾਨ ਦਾ ਗ੍ਰੇਟ ਸਿਕੰਦਰ ਕਹਿੰਦੇ ਹੈਗੇ, ਜਦਕਿ ਅਸ਼ੋਕ, ਗੁਪਤ, ਹੋਰ ਸਾਡੇ ਕਿੰਨੇ ਮਹਾਨ ਬੰਦੇ ਨੇ। ਮੋਰਓਵਰ ਸਿਕੰਦਰ ਨੂੰ ਜਿਹੜੀ ਰਾਜੇ ਪੋਰਸ ਨੇ ਰੋਕਿਆ, ਮਹਾਨਤਾ ਤਾਂ ਉਹ ਅਜੇ ਨੇ ਐਂਟਰ ਕਰਨ ਤੋਂ ਰੋਕਿਆ। ਪਰ ਕਿਉਂ ਨਹੀਂ ਸਾਨੂੰ ਆਪਣੀਆਂ ਚੀਜ਼ਾਂ ਮਹਾਨ ਲੱਗਦੀਆਂ? ਅਸੀਂ ਵੱਡੇ ਵੱਡੇ ਚੀਜ਼ਾਂ ਬਾਹਰ ਦੇਖ ਕੇ, ਫਿਲਮਾਂ ਦੇਖ ਕੇ ਹੋਰ ਤਾਂ ਮੁਤਾਸਰ ਤਾਂ ਹੋ ਜਾਂਦੇ, ਪਰ ਸਾਡੀਆਂ ਆਪਣੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਿੰਨੀਆਂ ਜਿਹਦੇ ਚ ਗ੍ਰੇਟਨੈਸ ਆਪਣੇ ਆਪ ਚ ਪਈ ਹੁੰਦੀ ਹੈ, ਉਹ ਸਾਨੂੰ ਕਿਉਂ ਨਹੀਂ ਦਿਸਦੀਆਂ? ਇੱਕ ਸ਼ਬਦ ਵਿੱਚ ਤਾਂ ਮੈਂ ਇਹ ਜਵਾਬ ਦਿਆਂਗਾ ਕਿ ਅਸੀਂ ਅਜੇ ਤੱਕ ਆਜ਼ਾਦੀ ਤੋਂ ਬਾਅਦ ਸਲੇਵ ਮੈਂਟੈਲਿਟੀ ਨਹੀਂ ਛੱਡ ਸਕੇ। ਮਤਲਬ ਅਸੀਂ ਆਜ਼ਾਦ ਨਹੀਂ ਸੋਚਦੇ ਹਜੇ ਵੀ, ਆਜ਼ਾਦ ਸੋਚ ਨਹੀਂ ਹੋਈ। ਨਾ ਅਸੀਂ ਆਪਣੇ ਕਾਨੂੰਨ ਬਦਲੇ, ਨਾ ਅਸੀਂ ਆਪਣਾ ਸਾਹਿਤ ਬਦਲੇ, ਨਾ ਆਪਣਾ ਹਿਸਟਰੀ ਬਦਲੀ ਹੈ, ਤੇ ਨਾ ਹੀ ਆਪਣਾ ਮਨ ਬਦਲਿਆ, ਤੇ ਨਾ ਹੀ ਅਸੀਂ ਮਨ ਬਦਲਿਆ, ਨਾ ਹੀ ਆਪਣੇ ਸਿਸਟਮ ਬਦਲੇ। ਲੋਕ ਰਾਜ ਕਹੀ ਜਾਂਦੇ ਆ, ਪਰ ਅਜੇ ਵੀ ਅੰਗਰੇਜ਼ੀ ਰਾਜਤੰਤਰ ਤੋਂ ਲੈ ਕੇ ਤਾਨਾਸ਼ਾਹੀ ਤੱਕ ਨੂੰ ਤੁਰੇ ਜਾ ਰਹੇ ਆ। ਤਾਂ ਜਿਹੜੇ ਸਾਡਾ ਤੁਹਾਡਾ ਸਵਾਲ ਹੈ ਕਿ ਸਿਕੰਦਰ ਮਹਾਨ ਕਿਉਂ ਹੈ, ਅਕਬਰ ਦੀ ਗ੍ਰੇਟ ਕਿਉਂ ਹੈ, ਮਹਾਰਾਣਾ ਪ੍ਰਤਾਪ ਕਿਉਂ ਨਹੀਂ, ਔਰੰਗਜ਼ੇਬ ਦੇ ਫੁੱਟ ਨੋਟ ਦੇ ਤੌਰ ਤੇ ਔਰੰਗਜ਼ੇਬ ਦੇ ਇਤਿਹਾਸ 'ਚ ਮੈਂ ਖੁਦ ਪੜ੍ਹਿਆ ਸ਼ਿਵਾਜੀ ਮਰਾਠੇ ਦੀ ਕੰਟਰੀਬਿਊਸ਼ਨ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੰਟਰੀਬਿਊਸ਼ਨ ਇੱਕ ਫੁੱਟ ਨੋਟ ਤੋਂ ਵੱਧ ਨਹੀਂ ਹੈ। ਸਾਡੇ ਜੱਗੇ ਜਿਉਣੇ ਦੁੱਲੇ ਤਾਂ ਕਿਤੇ ਆਉਂਦੇ ਹੀ ਨਹੀਂਗੇ ਉਹਦੇ 'ਚ। ਤੁਹਾਡੇ ਭਗਤ ਸਿੰਘ ਹੋਰੀ ਨਹੀਂ ਆਉਂਦੇ, ਜੇ ਆਉਂਦੇ ਹੈ ਤਾਂ ਐਜ਼ ਟੈਰਰਿਸਟ ਆਉਂਦੇ। ਭਗਤ ਸਿੰਘ ਹੋਰੀ ਤਾਂ ਇਹ ਤਾਂ ਮਾਡਰਨ ਏਜ ਦਾ ਹੀਰੋ ਹੈ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤਾਂ ਬਹੁਤੇ ਨੌਜਵਾਨ ਅਫਸੋਸ ਨਾ ਕਹਿਣਾ ਪੈਂਦਾ ਭੁੱਲ ਗਏ ਨੇ, ਇਤਿਹਾਸ ਦੂਰ ਚਲਾ ਗਿਆ, ਉਹਨਾਂ ਦੇ ਸਰਬੰਸਦਾਨ ਦੀਆਂ ਗੱਲਾਂ ਦੂਰ ਚਲੀਆਂ ਗਈਆਂ। ਅੱਛਾ, ਹੁਣ ਜਦੋਂ ਸਾਡੇ ਸਿਲੇਬਸ ਹੀ ਨਹੀਂ ਬਦਲੇ ਜਾ ਰਹੇ, ਜਦੋਂ ਸਾਡੀ ਹਿਸਟਰੀ ਨੂੰ ਰਾਈਟ ਪਰਸਪੈਕਟਿਵ 'ਚ ਨਹੀਂ ਰੱਖਿਆ ਜਾ ਰਿਹਾ, ਗੱਲ ਮੁਕਾ ਦਿੰਦਾ ਪੋਰਸ ਇਸ ਲਈ ਮਹਾਨ ਸੀ ਕਿ ਉਹ ਹਾਰ ਕੇ ਵੀ ਜਿੱਤ ਗਿਆ, ਔਰ ਸਿਕੰਦਰ ਮੁੜ ਗਿਆ ਤੇ ਜਿੱਤ ਕੇ ਵੀ ਹਾਰਿਆ। ਸਹੀ ਗੱਲ, ਮੋੜ ਵੀ ਗਿਆ ਸਭ ਕੁਝ ਤੇ ਮੁੜ ਵੀ ਗਿਆ। ਪਰ ਸਾਡਾ ਜਿਹੜਾ ਮੈਂਟਲ ਕੰਪਾਸ ਹੈ ਅਜੇ ਤੱਕ ਉਹ ਉੱਥੇ ਹੀ ਖੜਾ ਹੈ। ਕਿਤੇ ਜੰਗ ਲੱਗ ਗਈ ਹੈ ਸਾਡੇ ਮੈਂਟਲ ਕੰਪਾਸ ਨੂੰ, ਸਾਡਾ ਮਨ ਕਿਤੇ ਹਿਲਣਾ ਨਹੀਂ ਚਾਹੁੰਦਾ, ਅਸੀਂ ਡਰਦੇ ਆ ਮੇਰੇ ਖਿਆਲ 'ਚ, ਸ਼ਾਇਦ ਰਿਸਕ ਵੀ ਨਹੀਂ ਲੈਂਦੇ। ਮੈਂ ਇਹ ਗੱਲਾਂ ਤੇ ਸਿੱਧੂ ਸਾਹਿਬ ਨਾਲ ਹੋਰ ਗੱਲਾਂ ਕਰਾਂਗਾ। ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਸੋਚਦੇ ਆ ਕਿ ਅਸੀਂ ਇਦਾਂ ਕਿਉਂ ਸੋਚਦੇ ਆ, ਅਸੀਂ ਕਿਉਂ ਡਰਦੇ ਆ, ਛੋਟੀ ਛੋਟੀਆਂ ਗੱਲਾਂ ਤੇ ਅਸੀਂ ਕਿਉਂ ਕਿਤੇ ਨਾ ਕਿਤੇ ਖੜ ਜਾਂਦੇ ਆ, ਰੁਕ ਜਾਂਦੇ ਆ, ਔਰ ਕਿਤੇ ਇਹ ਰੁਕਾਵਟ, ਇਹ ਖੜੋਤ ਸਾਡੀ ਖੜੋਤ ਤਾਂ ਨਹੀਂ। ਬ੍ਰੇਕ ਲੈਂਦੇ ਆ। ANV फूड्स प्राइवेट लिमिटेड की बेहतरीन पेशकश, वर्षा ड्राई फ्रूट्स एंड आमंड ऑयल आपके दिल और दिमाग को रखे हरदम चुस्त। शेयर प्योरिटी इज आवर प्रायोरिटी। फ्रेंड्स, ISI TMT सरिया भूकंप प्रतिरोधक, जंग प्रतिरोधक और सबसे मजबूत सरिया। इसे ढींगरा ने वेडिंग प्लानर बनने का डिसाइड किया और सीखने को साइड किया। शादी मतलब खाना, गाना और सजाना। अब इस उम्र में क्या सीखना सिखाना? बंटी फंस गया। अरे पहले बताना था ना, दूल्हा इतना फूला है। सॉरी। काश कुछ सीख लिया होता। इसीलिए मैं कहता हूँ कि सीखने की कोई उम्र नहीं होती, सीखते रहिए, क्योंकि सीखना बंद तो जीतना बंद। कैडबरी डेयरी मिल्क प्रेजेंट्स कौन बनेगा करोड़पति, पावर्ड बाय आइडिया। 6 सितंबर से शुक्रवार से रविवार रात 8:30 बजे सिर्फ सोनी पर। बेहतरीन कंस्ट्रक्शन, कम प्राइस, लग्जरियस फैसिलिटीज, एक्सीलेंट लोकेशन और नेचर के पास। Shri Rajnigandha Greens, Greater Noida, a quality product by Rajput Group of Companies. चिकू को टीम में नहीं लिया, क्या लगा कैसे? लगता आप खाना सिर्फ मिस्टर माथुर को खिलाते, चाइल्ड को नहीं। मैं नहीं खिलाती। देखा, ऐसे ही होता है। जब बच्चा जरूरत से ज्यादा दुबला हो तो लोग माँ को ही दोष देते हैं। उसे दीजिए रोजाना एंड्योरा किड किलोज, सही पोषण के साथ सही वजन भी। राइट न्यूट्रिशन, राइट वेट। जम के खाओ, खूब पचाओ। माहेश्वरी फार्मास्यूटिकल द्वारा निर्मित त्रिंगासव खून की कमी को दूर करे, तंदुरुस्त और स्वस्थ बनाए। आयुष द्वारा प्रमाणित त्रिंगासव। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਖਾਸ ਮੁਲਾਕਾਤ ਦੇ ਵਿੱਚ। ਤੇ ਅਸੀਂ ਗੱਲਬਾਤ ਕਰ ਰਹੇ ਹਾਂ
ਕੁਲਬੀਰ ਸਿੰਘ ਸਿੱਧੂ ਹੋਰਾਂ ਨਾਲ, ਜਿਹੜੇ ਬਹੁਤ ਸੋਹਣਾ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਸੱਭਿਆਚਾਰ ਤੇ ਵਿਰਾਸਤ ਤੇ ਵਿਰਸੇ ਤੇ ਇਤਿਹਾਸ ਦੇ ਉੱਤੇ। ਸਿੱਧੂ ਸਾਹਿਬ, ਵਿਰਸਾ, ਵਿਰਾਸਤ, ਇਤਿਹਾਸ ਇਹ ਤਾਂ ਹੀ ਸਾਡੀ ਅਗਲੀ ਜਨਰੇਸ਼ਨ ਕੋਲੇ ਜਾਂਦਾ ਜੇ ਪਿਛਲੀ ਪੀੜ੍ਹੀ ਉਹਨੂੰ ਪਹੁੰਚਾਉਂਦੀ ਹੈਗੀ ਆ, ਜੇ ਉਹਨੂੰ ਲੈ ਕੇ ਜਾਂਦੀ ਆ। ਉਹ ਸਾਡੀਆਂ ਕਿਤਾਬਾਂ ਰਾਹੀਂ, ਉਹ ਸਾਡੀਆਂ ਗੱਲਾਂ ਰਾਹੀਂ, ਪਰੰਪਰਾ ਰਾਹੀਂ, ਇਮਾਰਤਾਂ ਰਾਹੀਂ, ਇੱਕ ਫਿਲਾਸਫੀ ਰਾਹੀਂ ਹੋ ਜਾਂਦਾ। ਪਰ ਜੇ ਅਸੀਂ ਪੰਜਾਬ 'ਚ ਜਾਂਦੇ ਹਾਂ, ਸਾਡੇ ਨਾ ਤੇ ਘਰਾਂ 'ਚ ਅਸੀਂ ਕੋਈ ਕਿਤਾਬ, ਕੋਈ ਇਤਿਹਾਸ ਦੀ ਰੱਖਦੇ ਹਾਂ, ਨਾ ਕੋਈ ਸਾਡੀਆਂ ਅਸੀਂ ਬਿਲਡਿੰਗਾਂ ਸਾਂਭੀਆਂ, ਨਾ ਅਸੀਂ ਪੁਰਾਣੇ ਕੋਈ ਜਿੰਨਾ ਵੀ ਵਿਰਸੇ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੇ, ਸਿਵਾਏ ਇੱਕ ਭੰਗੜੇ ਦੀ ਡਰੈਸ ਤੇ ਖੁੰਡੇ ਤੋਂ ਇਲਾਵਾ ਅਸੀਂ ਕੁਝ ਨਹੀਂ ਸਾਂਭਦੇ। ਕਿਉਂ? ਡੰਗ ਟਪਾਊ, ਹਾਂ, ਵੇਲਾ ਲੰਘਾਊ, ਹਾਂ, ਸਾਡੀ ਫਿਤਰਤ ਬਣ ਗਈ ਹੈ। ਦੇਖੋ, ਜਦੋਂ ਵੀ ਕਿਤੇ ਪਹਿਲੀ ਗੱਲ ਤਾਂ ਕਹੀ ਜਾਂਦੀ ਹੈ ਕਿ ਜਦੋਂ ਪੀਸ ਟਾਈਮ ਹੁੰਦਾ ਹੈ, ਉਸ ਵੇਲੇ ਤੁਹਾਡਾ ਸਾਹਿਤ ਤੇ ਇਤਿਹਾਸ ਪਨਪਦਾ ਹੈ, ਪਨਪਣਾ ਚਾਹੀਦਾ। ਹੁਣ ਉਹ ਪੀਸ ਵੀ ਆ ਗਈ, ਤੁਹਾਡਾ ਖੁਦ ਮੁਖਤਿਆਰੀ ਵੀ ਆ ਗਈ। ਪੁਰਾਣੀ ਜੇ ਆਪਾਂ ਗੱਲ ਕਰੀਏ ਤਾਂ ਰਾਜੇ ਮਹਾਰਾਜੇ ਵੇਲੇ ਦੀ, ਹਾਲਾਂਕਿ ਉਹ ਕੋਈ ਸਿਸਟਮ ਬਹੁਤ, ਮੈਂ ਉਹਦੀ ਪ੍ਰੋੜਤਾ ਨਹੀਂ ਕਰਦਾ, ਲੋਕ ਰਾਜ ਸਭ ਤੋਂ ਬੈਸਟ ਸਿਸਟਮ ਆਫ ਗਵਰਨੈਂਸ ਹੈ। ਤਾਂ ਉਦੋਂ ਰਾਜਿਆਂ ਦੀ ਸਰਪ੍ਰਸਤੀ ਹੋਇਆ ਕਰਦੀ ਸੀ ਸਾਹਿਤਕਾਰਾਂ ਨੂੰ, ਲੇਖਕਾਂ ਨੂੰ, ਤੇ ਉਸ ਦੇ ਵਿੱਚ ਜਿਹੜੇ ਸਾਹਿਤਕਾਰ, ਆਰਟਿਸਟ, ਕਲਾਕਾਰ, ਲੇਖਕ, ਹਿਸਟੋਰੀਅਨ, ਉਹ ਪਨਪਦੇ ਸੀ। ਅੱਜ ਕੱਲ ਗਵਰਨਮੈਂਟਾਂ ਦਾ ਇਤਿਹਾਸ ਵੀ ਫਿਰ ਰਾਜਾ ਮਹਾਰਾਜ ਦੀ ਪ੍ਰੇਜ ਹੀ ਲਿਖੀ ਜਾਂਦੀ ਸੀ ਉਹਨਾਂ ਵੇਲੇ, ਫੇਵਰ ਕੀਤੀ, ਬੇਸ਼ੱਕ ਉਹ ਲਿਖਿਆ ਜਾਂਦਾ ਸੀ, ਬੇਸ਼ੱਕ ਲਿਖਿਆ ਜਾਂਦਾ ਸੀ, ਪਰ ਇਤਿਹਾਸ ਉਦੋਂ ਪਨਪਿਆ ਜਿਵੇਂ ਜਹਾਂਗੀਰ ਵੇਲੇ ਜਿਹੜਾ ਆਰਟ ਸੀ, ਪੇਂਟਿੰਗ ਸੀ, ਉਹ ਡਿਵੈਲਪ ਹੋਈ। ਸਹੀ। ਤਾਂ ਉਸ ਤੋਂ ਬਾਅਦ ਮਹਾਰਾਜਾ ਪਟਿਆਲਾ, ਮਹਾਰਾਜਾ ਜੀਂਦ, ਮਹਾਰਾਜਾ ਫਰੀਦਕੋਟ, ਇਹ ਰਾਜਿਆਂ ਵੇਲੇ ਬੜੇ ਇਹੋ ਜਿਹੇ ਸਮਾਜ ਕਲਿਆਣ ਦੇ ਔਰ ਸਪੈਸ਼ਲੀ ਇਤਿਹਾਸ ਔਰ ਸਾਹਿਤ ਦੇ ਸਰਪ੍ਰਸਤੀ ਰਹੀ ਹੈ। ਠੀਕ ਹੈ, ਠੀਕ ਹੈ। ਹੁਣ ਇਸ ਪਾਸੇ ਗਵਰਨਮੈਂਟਸ ਦਾ, ਸਕਸੈਸ ਆਫ ਗਵਰਨਮੈਂਟਸ ਦਾ ਧਿਆਨ ਨਹੀਂ। ਔਰ ਸਭ ਤੋਂ ਵੱਡੀ ਗੱਲ ਹੈ, ਸਾਰਾ ਕੰਮ ਇਹ ਜਿਹੜਾ ਨਾ ਗਵਰਨਮੈਂਟਾਂ ਨੇ ਨਹੀਂ ਕਰਨਾ ਹੁੰਦਾ। ਬੱਚੇ ਦਾ ਜਿਹੜਾ ਪਹਿਲਾ ਸਕੂਲ ਹੈ ਨਾ, ਉਹਦੇ ਮਾਂ-ਬਾਪ ਹੈ। ਤੁਹਾਡੀ ਪੀੜ੍ਹੀ ਦੇ ਵਿੱਚ ਵੀ ਤੇ ਮੇਰੀ ਪੀੜ੍ਹੀ 'ਚ ਦਾਦੀਆਂ ਨਾਨੀਆਂ ਨੇ ਆਪਾਂ ਨੂੰ ਉਂਗਲ ਲਾ ਕੇ ਗੁਰਦੁਆਰੇ ਲੈ ਕੇ ਗਈਆਂ। ਸਹੀ। ਉਹਨਾਂ ਨੇ ਕੋਈ ਨਾ ਕੋਈ ਪਰੀ ਕਹਾਣੀਆਂ ਆਪਾਂ ਨੂੰ, ਕੋਈ ਸ਼ਹੀਦਾਂ ਮਰੀਦਾਂ ਦੀਆਂ ਕਹਾਣੀਆਂ ਵੀ ਸਾਡੇ ਨਾਲ ਕੁਝ ਸੁਣਾਈਆਂ। ਅੱਜ ਮਾਂ-ਬਾਪ ਦਾ ਉਹ ਸਕੂਲ, ਉਹ ਨਰਸਰੀ ਕਿੱਥੇ ਹੈ? ਨਹੀਂ। ਉਹ ਨਰਸਰੀ ਹੁਣ ਟੀਵੀ ਸਿਖਾਉਂਦਾ ਬੱਚਿਆਂ ਨੂੰ। ਨਹੀਂ, ਹੁਣ ਮੈਂ ਖੁਦ ਲਿਖਿਆ ਔਰ ਆਪਣੀ ਆਬਜ਼ਰਵੇਸ਼ਨ ਤੋਂ ਲਿਖਿਆ ਕਿ ਜਦੋਂ ਕੋਈ ਪਿੰਡੋਂ ਕੁਲਬੀਰ ਸਿੰਘ ਸਿੱਧੂ ਦੇ ਘਰ ਬਾਈ ਆ ਜਾਂਦਾ, ਹਵਾ, ਤਾਂ ਮੇਰੀ ਘਰ ਵਾਲੀ बच्चे नु कहती सी, बच्चे इतनी बार कहा है कि जब गांव से कोई लोग आए तो पंजाबी में बात किया करो। अच्छा, हिंदी च कह रहे ने, ओदी डायरेक्शन हिंदी च है, बच्चे नु कह रही है भी पंजाबी बोलो। ये भावें मेरी निजी गल नहीं, पर ऑब्जर्वेशन मेरी है। हाँ, सही। हुण वो स्कूल बंद हो गया, दूजा स्कूल हुंदा सी स्कूल एज ए इंस्टीट्यूशन। वो स्कूल दे विच अज टीचर जे घूर भी दिंदा है तो वो कहंदे जी भी मॉन्टेसरी सिस्टम दा वायलेशन हो गई, वो टीचर ते फड़ के FIR हो जाती है। ये विच जे बड़ी वधिया बहस सीगी कि जे डंडे नाल जेड़े बच्चे पढ़े आ कि असीं भी डंडे नाल ही पढ़ते रहे, क्योंकि बच्चे नूं थोड़ा डर तां जरूरी है, पर हुण जदों डंडा हट गया तो बच्चा शायद उस हिसाब नाल नहीं लैंदा, सीरियस नहीं लैंदा। सोशियोलॉजिकल पॉइंट ऑफ व्यू तो तीसरा स्कूल है समाज ते समाज च मैं तुहानूं दस सकदा भी जिहड़ा पटवारी है ਉਹਦੇ ਬਾਰੇ ਕਹਿੰਦੇ ਆ ਵੀ ਤਹਿਸੀਲਦਾਰ ਜਾਂ ਐਸਟੀਐਮ ਦੇ ਬੱਚੇ ਦੇ ਨੂੰ ਦੇਖ ਕੇ ਉਹ ਕਹਿੰਦਾ ਵੀ ਆਪਾਂ ਪਟਵਾਰੀ ਕਿੱਦਣ ਬਣਨਾ। ਪਟਵਾਰੀ ਵੱਡਾ ਉੱਥੇ ਵੱਡਾ ਹਾਂ, ਜਿਸ ਐਂਗਲ ਤੋਂ ਜਿਸ ਨਜ਼ਰੀਏ ਤੋਂ ਕਹਿ ਰਿਹਾ ਉਹ ਵੱਡਾ ਤਾਂ ਉਸ ਨਜ਼ਰੀਏ ਤੋਂ ਬਿਲਕੁਲ ਵੱਡਾ। ਜਦੋਂ ਅਪ ਟੂ ਡੀਸੀ ਮੈਂ ਕਿਸੇ ਨੂੰ ਨਹੀਂ, ਜੇ ਕੋਈ ਸਮਝੇ ਵੀ ਮੈਂ ਕਿਸੇ ਡੀਸੀ ਬਾਰੇ ਗੱਲ ਕਰ ਰਿਹਾ ਤਾਂ ਮੈਂ ਆਪਣੇ ਬਾਰੇ ਕਰ ਰਿਹਾ ਵੀ ਜਦੋਂ ਪਟਵਾਰੀ ਮੇਰੇ ਘਰ ਦੀ ਰਸੋਈ ਚਲਾ ਰਿਹਾ ਹੈ, मेरे डीसी दे जिहड़ा कोठी सी ओह कणक बीज रहा ते फिर मेरे वीर वो वड्डे ही हो गए ना, मैं तो तनखाहदार बंदा सी। तो इस करके वो जिहड़ियां साडीयां इंस्टीट्यूशन सन, फैमिली स्कूल एंड समाज वो उन्होंने अपनी प्रेफरेंसेस बदलियां, अपनी जिम्मेदारियां भी, और गवर्नमेंट दा इस पासे मैं जे कहां बहस च ना पावां ते ध्यान ही नहीं, ਇਹਦੀ ਕੋਈ ਪ੍ਰੈਫਰੈਂਸ ਹੀ ਨਹੀਂ।
ਮਤਲਬ ਸਿੱਧੇ ਤੌਰ ਤੇ ਵਿਰਸਾ ਵਿਰਾਸਤ ਵੋਟ ਨਹੀਂ ਦਿੰਦਾ ਹੈਗਾ, ਨਹੀਂ ਦਿੰਦਾ। ਸ਼ਹੀਦਾਂ ਦੀਆਂ ਤਾਂ ਖਾਸ ਤੌਰ ਤੇ ਵੋਟਾਂ ਨਹੀਂ ਹੁੰਦੀਆਂ। ਹਾਂ, ਸ਼ਹੀਦਾਂ ਦੀ ਇਹ ਵੀ ਮੇਰਾ ਅਨੁਭਵ ਹੈ ਕਿ ਜਦੋਂ ਤੁਸੀਂ ਮੇਰੇ ਵਰਗਾ ਬੰਦਾ ਉੱਠ ਕੇ ਸ਼ਹੀਦਾਂ ਦੀ ਗੱਲ ਕਰਨ ਲੱਗ ਪੈਂਦਾ ਤੇ ਕੋਈ ਵੀ ਬੰਦਾ ਇਸ ਨੂੰ ਇਸ ਐਂਗਲ ਤੋਂ ਲੈਂਦਾ ਹੈ ਵੀ ਸ਼ਹੀਦਾਂ ਦਾ ਕੋਈ ਵੋਟ ਬੈਂਕ ਹੁੰਦਾ, ਜੇ ਤਾਂ ਹੁੰਦਾ ਤੇ ਚੱਲ ਭਾਈ ਸ਼ਹੀਦਾਂ ਦੇ ਜਿੱਥੇ ਗਏ ਉੱਥੇ ਕੰਮ ਕਰਿਆ ਉਹਨੇ, ਤੇ ਨਹੀਂ ਤਾਂ ਯਾਰ ਹੋ ਗਈ ਗੱਲ, ਖਤਮ ਹੋਈ ਉਹ। ਤਾਂ ਉਹ ਜਿਹੜੀ ਗੱਲ ਖਤਮ ਹੋਈ, ਚਾਹੀਦੀ ਇਹ ਹੈ ਕਿ ਸਮਾਜ ਦੇ ਵਿੱਚ ਵਿਰਸਾ ਦੀ ਗੱਲ ਕੀਤੀ, ਇਤਿਹਾਸ ਦੀ ਗੱਲ ਕੀਤੀ, ਇਹਦਾ ਜਿਹੜਾ ਸੈਂਸ ਮੈਂ ਦੇਖਦਾ ਉਹ ਮੈਂ ਦੇਖਦਾ ਕਿ ਵੈਲਿਊ ਸਿਸਟਮ ਸੀ ਸਾਡੇ ਸਮਾਜ ਦਾ, ਉਹ ਬਦਲ ਗਿਆ। ਉਹ ਜਿਹੜਾ ਵੈਲਿਊ ਸਿਸਟਮ ਸੀ, ਕਦਰਾਂ ਕੀਮਤਾਂ, ਵਧੀਆ ਕਦਰ ਕੀਮਤਾਂ ਉਹ ਡੈਮੇਜ ਹੋ ਗਈਆਂ, ਤਬਾਹ ਹੋ ਗਈਆਂ। ਔਰ ਮੋਰਲ ਵੈਲਿਊਜ਼, ਨੈਤਿਕ ਕਦਰਾਂ ਕੀਮਤਾਂ ਉਹ ਖਤਮ ਹੁੰਦੀਆਂ ਜਾ ਰਹੀਆਂ। ਤੇ ਇਸ ਵੇਲੇ ਜਿਹੜਾ ਕਮਰਸ਼ੀਅਲ ਹੋ ਰਿਹਾ ਸਭ ਕੁਝ, ਖਪਤ ਸੱਭਿਆਚਾਰ ਜਿਹੜਾ ਆ ਰਿਹਾ, ਪਦਾਰਥਵਾਦ, ਕੰਜ਼ਿਊਮਰਿਜ਼ਮ, ਉਸ ਕਰਕੇ ਉਹ ਸਾਰੀਆਂ ਚੀਜ਼ਾਂ ਪਿੱਛੇ ਪੈ ਰਹੀਆਂ। ਔਰ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਫੋਕਸ ਹੋਣਾ ਚਾਹੀਦਾ ਉਹ, ਬਲਵਿੰਦਰ ਜੀ ਤੁਹਾਡੀ ਮੇਰੀ ਪੀੜ੍ਹੀ ਨਹੀਂ, ਆਪਾਂ ਤਾਂ ਵੇਲਾ ਕੱਟ ਲਿਆ, ਅਗਲੀ ਨੇ ਆਉਣਾ। ਅਗਲੀ ਪੀੜ੍ਹੀ ਜੇ ਤੁਸੀਂ ਪੰਜਾਬੀ ਕਹਾਉਣਾ ਔਰ ਸਹੀ ਮਾਇਨੇ ਵਿੱਚ ਪੰਜਾਬੀ ਕਹਾਉਣਾ, ਜਿਹੜੀ ਤੁਹਾਡੀ ਪੰਜਾਬੀਆਂ ਦੀ ਪਛਾਣ ਸੀ ਉਹ ਸਾਂਭਣੀ ਪੈਣੀ ਆ, ਉਹ ਸਾਂਭਣੀ ਪੈਣੀ ਹੈ। ਉਹ ਤੁਹਾਨੂੰ ਆਪਣੀਆਂ ਸਮਾਜ ਦੀਆਂ ਵਧੀਆ ਕਦਰਾਂ ਕੀਮਤਾਂ, ਆਪਣੇ ਪੁਰਖਿਆਂ ਦੀਆਂ ਔਰ ਨੈਤਿਕ ਕਦਰਾਂ ਕੀਮਤਾਂ ਨੂੰ, ਧੁਰੀ ਜਿਹੜੀ ਹਿੱਲੀ ਹੈ ਉਸ ਨੂੰ, ਉਸ ਚੂਲ ਨੂੰ ਸਹੀ ਕਰਨਾ। ਸਿੱਧੂ ਸਾਹਿਬ ਸੰਖੇਪ ਦੇ ਵਿੱਚ, ਕਿਉਂਕਿ ਵਕਤ ਨੇ ਬੜਾ ਕੁਝ ਬਦਲਤਾ, ਕਦਰਾਂ ਕੀਮਤਾਂ ਵੀ ਬਦਲੀਆਂ, ਹਾਲਾਤ ਵੀ ਬਦਲੇ, ਮੇਰੇ ਖਿਆਲ ਚ ਮੈਨੂੰ ਵੀ ਵਕਤ ਟਿਕ ਟਿਕ ਕਹਿ ਰਿਹਾ ਵੀ ਹੁਣ ਤੁਸੀਂ ਵੀ ਬਦਲੋ, ਆਪਣੀਆਂ ਗੱਲਾਂ ਨੂੰ ਸਮੇਟੋ। ਜਾਂਦੇ ਹੋਏ, ਕਿਉਂਕਿ ਤੁਸੀਂ 7 ਕਿਤਾਬਾਂ ਪੰਜਾਬੀ ਕਲਚਰ ਤੇ ਪੰਜਾਬੀ ਵਿਰਾਸਤ ਤੇ ਔਰ ਬਹੁਤ ਸੋਹਣੀਆਂ ਨੇ, ਜਿਹਦੇ ਵਿੱਚ ਤੁਸੀਂ ਖਾਸ ਤੌਰ ਤੇ ਜਾਤਾਂ ਗੋਤਾਂ ਦਾ ਇਹਦੇ ਵਿੱਚ ਪੂਰਾ ਇਤਿਹਾਸ ਦਿੱਤਾ ਹੈਗਾ, ਔਰ ਸਿੱਖ ਸੱਭਿਆਚਾਰ ਨੂੰ ਤੁਸੀਂ, ਸਿੱਖ ਸੱਭਿਅਤਾ ਨੂੰ ਕਾਫੀ ਸਾਰਾ ਦਿੱਤਾ। ਜਾਂਦੇ ਜਾਂਦੇ ਮੇਰਾ ਸਵਾਲ ਇਹ ਹੈ ਕਿ ਇਹਨਾਂ ਦਿਨਾਂ 'ਚ, ਕਿਉਂਕਿ ਹੁਣ ਤਜਰਬਾ ਲਾਈਫ ਦਾ ਬਹੁਤ ਕਾਫੀ ਸਾਰਾ ਹੋ ਗਿਆ, ਬਹੁਤ ਕੁਝ ਜਿੰਨਾ ਸੀਗਾ ਮਸਲੇ ਜ਼ਿਹਨ 'ਚ ਆ ਗਿਆ, ਹੁਣ ਬਿਲਕੁਲ ਸੰਖੇਪ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਕੋਈ ਹੋਰ ਪੁਸਤਕ, ਕੋਈ ਹੋਰ ਇਸ ਕਿਸਮ ਦਾ ਪ੍ਰੋਜੈਕਟ ਕਰ ਰਹੇ ਹੋ ਜਿਹੜਾ ਮਨ ਦੇ ਵਿੱਚ ਸੋਚਿਆ ਸੀ ਕਿ ਇਹ ਮਕਸਦ ਆ, ਇਹ ਟੀਚਾ ਹੈਗਾ, ਇਹਨੂੰ ਪੂਰਾ ਜ਼ਰੂਰ ਕਰਨਾ ਹੈਗਾ? ਨਹੀਂ, ਇਹ ਕਿਤਾਬਾਂ ਦੀ ਗਿਣਤੀ ਤਾਂ ਸਫ਼ਿਆਂ ਦੇ ਹਿਸਾਬ ਨਾਲ ਵੱਧਦੀ ਜਾ ਰਹੀ ਹੈ। 3 ਕਿਤਾਬਾਂ ਹੋਰ, ਉਹ ਹਲਵਾਈ ਦੀ ਕੜਾਈ ਚਾੜਨ ਵਾਂਗੂ, ਉਹ ਇੱਕ ਹੀ ਮਸਾਲਾ ਜਿਹਾ ਭੁੰਨ ਲੈਂਦਾ, ਉਹਦੇ ਚ ਕਦੇ ਗੋਭੀ ਪਾ ਦਿੰਦਾ, ਕਦੇ ਮਟਰ ਪਾ ਦਿੰਦਾ, ਉਹ 3 ਕਿਤਾਬਾਂ ਹੋਰ ਵੀ ਆ ਰਹੀਆਂ। ਪਰ ਜਿਹੜੀ ਭਾਜੀ ਠੀਕ ਬਣੀ ਰਹੇ। ਹਾਂ, ਤੇ ਜਿਹੜਾ ਬੇਸਿਕ ਫਿਕਰ ਹੈ, ਜੇ ਕੋਈ ਉਸ ਨੂੰ ਸੋਚੋ ਫਿਕਰ ਕਹਿੰਦੇ ਆਪਾਂ, ਤਾਂ ਉਹ ਇਹ ਹੈ ਕਿ ਜਿਹੜੀਆਂ ਸਾਡੀਆਂ ਸਮਾਜ ਦੀਆਂ ਚੰਗੀਆਂ ਕਦਰਾਂ ਕੀਮਤਾਂ ਸਨ, ਉਹਨਾਂ ਨੂੰ ਇਹਨਾਂ ਕਿਤਾਬਾਂ ਦੇ ਰਾਹੀਂ ਅੱਜ ਨਾ ਕੋਈ ਪੜ੍ਹੇ, ਖਾਸ ਤਾਂ ਇਹ ਵੀ ਪੜ੍ਹੇ, ਤੇ ਜੇ ਅੱਜ ਨਾ ਪੜ੍ਹੇ ਤਾਂ ਇਹਨਾਂ ਨੂੰ ਘੱਟੋ ਘੱਟ ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ, ਆਪਣੇ ਵਿਰਾਸਤੀ ਦੌਲਤ ਨੂੰ ਅੱਖਰਾਂ ਦੇ ਵਿੱਚ ਸਾਂਭ ਦਿੱਤਾ ਜਾਵੇ, ਇਸ ਲਈ ਕਿ ਕਿਤੇ ਇਤਿਹਾਸ ਮਿਥਿਆਸ ਨਾ ਬਣ ਜਾਏ। ਔਰ ਪੰਜਾਬ ਦਾ ਜਿਹੜਾ ਇਤਿਹਾਸ ਹੈ, ਪੰਜਾਬ ਦਾ ਜਿਹੜਾ ਵਿਰਸਾ ਹੈ, ਮੈਂ ਨਹੀਂ ਕਹਿੰਦਾ, ਜਿਹੜਾ ਇਹਦਾ ਦੁਸ਼ਮਣ ਵੀ ਹੈ ਨਾ, ਉਹ ਵੀ ਕਹਿੰਦਾ ਹੈ ਕਿ ਬਹੁਤ ਵਧੀਆ ਕੌਮਾਂ ਦੇ ਵਿੱਚੋਂ ਪੰਜਾਬੀ ਕੌਮ ਇੱਕ ਉਹ ਹੈ ਜਿਨ੍ਹਾਂ ਦਾ ਐਡਾ ਵਧੀਆ ਇਤਿਹਾਸ ਤੇ ਐਡਾ ਵਧੀਆ ਸਾਹਿਤ ਹੈ। ਕੀ ਬਾਤ ਹੈ ਸਿੱਧੂ ਸਾਹਿਬ, ਮੇਰੇ ਖਿਆਲ 'ਚ ਵਕਤ ਇਜਾਜ਼ਤ ਨਹੀਂ ਦਿੰਦਾ, ਮੈਨੂੰ ਬੜਾ ਅੱਜ ਗਿਆਨ ਮਿਲਿਆ, ਤੁਸੀਂ ਸਾਡੇ ਸਟੂਡੀਓ ਆਏ, ਜੀ ਤਾਂ ਕਰਦਾ ਵੀ ਹੋਰ ਬਹੁਤ ਸਾਰੀਆਂ ਗੱਲਾਂ ਕਵਾਂ, ਲੇਕਿਨ ਬਾਰ-ਬਾਰ ਸਾਡੇ ਡਾਇਰੈਕਟਰ ਸਾਹਿਬ ਕਹਿ ਰਹੇ ਵੀ ਸਮਾਂ ਹੋ ਗਿਆ, ਤੁਸੀਂ ਸਾਡੇ ਸਟੂਡੀਓ ਆਏ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਖਿਆਲ 'ਚ ਸਿੱਧੂ ਸਾਹਿਬ ਨੇ ਠੀਕ ਆਖਿਆ ਕਿ ਜਿਹੜੀਆਂ ਕੌਮਾਂ ਆਪਣੇ ਸਾਹਿਤ ਨੂੰ, ਕਲਾ ਨੂੰ, ਇਤਿਹਾਸ ਨੂੰ ਨਹੀਂ ਸਾਂਭਦੀਆਂ ਜਾਂ ਨਹੀਂ ਸਮਝਦੀਆਂ, ਇੱਕ ਦਿਨ ਨਕਸ਼ੇ ਦੇ ਉੱਤੋਂ ਉਹਨਾਂ ਦੇ ਪੈਰ ਚਿੰਨ੍ਹ ਸਾਰੇ ਮਿਟ ਜਾਂਦੇ ਨੇ, ਮੇਟ ਦਿੱਤੇ ਜਾਂਦੇ ਨੇ। ਸਾਨੂੰ ਦੇਖਣਾ ਪਊਗਾ, ਸਾਨੂੰ ਸਮਝਣਾ ਪਊਗਾ, ਸਾਨੂੰ ਸਾਂਭਣਾ ਪਊਗਾ ਆਪਣਾ ਵਿਰਸਾ, ਆਪਣੀ ਵਿਰਾਸਤ, ਆਪਣੀ ਪਛਾਣ। ਤੁਹਾਨੂੰ ਇਹ ਕਿੱਦਾਂ ਦੀਆਂ ਲੱਗੀਆਂ ਅੱਜ ਦੀਆਂ ਗੱਲਾਂ? ਜੇ ਤੁਹਾਡੇ ਜ਼ਿਹਨ 'ਚ ਕੁਝ ਸਵਾਲ ਹੋਣ, ਸਲਾਹਾਂ ਹੋਣ, ਮਸ਼ਵਰੇ ਹੋਣ, ਤਾਂ ਸਾਨੂੰ ਲਿਖਿਆ ਕਰੋ, ਸਾਡਾ ਪਤਾ ਹੈ। ਖਾਸ ਮੁਲਾਕਾਤ, ਜੀ ਪੰਜਾਬ, ਹਰਿਆਣਾ, ਹਿਮਾਚਲ, ਦਾਰਾ ਸਟੂਡੀਓ, ਫੇਜ਼ 6, ਮੋਹਾਲੀ 160055। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਮੇਲ ਪਤਾ ਹੈ editorpunjabi@zenetwork.com। ਅਗਲੇ ਹਫਤੇ ਫੇਰ ਮਿਲਾਂਗੇ ਇੱਕ ਹੋਰ ਸ਼ਖਸੀਅਤ ਨਾਲ ਇਸੇ ਪ੍ਰੋਗਰਾਮ ਦੇ ਵਿੱਚ, ਖਾਸ ਮੁਲਾਕਾਤ ਦੇ ਵਿੱਚ। ਉਦੋਂ ਤੱਕ ਮੈਨੂੰ ਬਲਵਿੰਦਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।